ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ? ਸਾਰਿਆਂ ਦਾ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿੱਧੂ ਤੇ। ਸੋ ਅੱਜ ਆਪਾਂ ਗੱਲ ਕਰਨ ਲੱਗੇ ਆ ਵਿਜ਼ਟਰ ਵੀਜ਼ੇ ਬਾਰੇ, ਹਨਾ। ਵਿਜ਼ਟਰ ਵੀਜ਼ੇ ਤੇ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਤੇ ਇੱਥੇ ਆ ਕੇ ਆਪਣਾ ਵੀਜ਼ਾ ਕਨਵਰਟ ਕਰਵਾਉਣਾ, ਕਿਹੜੇ ਸਟੈਪ ਆ, ਕਿਵੇਂ ਤੁਸੀਂ ਉਹ ਸਟੈਪ ਕੰਪਲੀਟ ਕਰਨੇ ਆ ਤੇ ਕਿਵੇਂ ਤੁਸੀਂ ਕੈਨੇਡਾ ਦੇ ਵਿੱਚ ਪੱਕੇ ਹੋ ਸਕਦੇ ਆ। ਤੁਹਾਡੇ ਨਾਲ ਮੈਂ ਆਪਣੇ ਇੱਕ ਫਰੈਂਡ ਦੀ ਸਟੋਰੀ ਵੀ ਸ਼ੇਅਰ ਕਰੂੰਗਾ ਜਿਹੜਾ ਫੈਮਿਲੀ ਬੇਸ ਤੇ ਇੱਥੇ ਵਿਜ਼ਟਰ ਵੀਜ਼ੇ ਤੇ ਆਇਆ ਸੀ ਤੇ ਉਹਨੇ ਆਪਣੇ ਵੀਜ਼ੇ ਨੂੰ ਕਨਵਰਟ ਕਰਵਾਇਆ ਤੇ ਅੱਗੇ ਉਹ ਪੱਕਾ ਹੋ ਗਿਆ ਜਾਂ ਨਹੀਂ ਹੋ ਗਿਆ, ਕਿਹੜੇ ਸਟੈਪ ਉਹਨੇ ਜਿਹੜੇ ਆ ਫੋਲੋ ਕੀਤੇ ਆ। ਸਾਰੀ ਗੱਲ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਤੇ ਤੁਸੀਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਸੱਚਾਈ ਬਾਰੇ ਪਤਾ ਲੱਗੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਆਪਾਂ ਜਦੋਂ ਇੰਡੀਆ ਤੋਂ ਵੀਜ਼ਾ ਲਵਾਉਣਾ ਹੁੰਦਾ ਤਾਂ ਆਪਾਂ ਕਿਸੇ ਏਜੰਟ ਕੋਲੇ ਜਾਂਦੇ ਆ। ਸੋ ਏਜੰਟ ਆਪਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਸਪਾਂਸਰਸ਼ਿਪ ਦੇ ਦੂੰਗਾ ਜਾਂ ਮੈਂ ਤੁਹਾਨੂੰ ਇਨਵੀਟੇਸ਼ਨ ਦਵਾ ਦੂੰਗਾ ਜਿਸ ਬੇਸ ਤੇ ਤੁਹਾਡਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਲੱਗ ਜਾਣਾ ਤੇ ਅੱਗੇ ਜਾ ਕੇ ਤੁਸੀਂ ਕੀ ਕਰਨਾ ਕਿ ਆਪਣੇ ਵਿਜ਼ਟਰ ਵੀਜ਼ੇ ਨੂੰ ਉੱਥੇ ਜਾ ਕੇ ਕਨਵਰਟ ਕਰਵਾ ਲੈਣਾ ਵਰਕ ਪਰਮਿਟ ਦੇ ਵਿੱਚ ਤੇ ਤੁਹਾਡੀ PR ਹੋ ਜਾਣੀ ਆ। ਸੋ ਇੰਨੀ ਕੁ ਸਟੋਰੀ ਆਪਾਂ ਨੂੰ ਜਿਹੜਾ ਆਪਣਾ ਏਜੰਟ ਦੱਸ ਦਿੰਦਾ ਤੇ ਆਪਾਂ ਵੀ ਉਹਦੇ ਤੇ ਯਕੀਨ ਕਰ ਲੈਂਦੇ ਆ। ਪਰ ਜਿਹੜੀ ਛੋਟੀ ਜਿਹੀ ਸਟੋਰੀ ਆ ਉਹਦੇ ਵਿੱਚ ਇੰਨਾ ਵੱਡਾ ਫਰਕ ਆ, ਹੈ ਨਾ, ਕਿਉਂਕਿ ਉਹਨਾਂ ਨੇ ਤੁਹਾਨੂੰ ਇੱਕ ਸ਼ਾਰਟ ਦੇ ਵਿੱਚ ਦੱਸੀ ਆ ਪਰ ਉਸ ਸਟੋਰੀ ਨੂੰ ਪੂਰੇ ਕਰਦੇ ਇੰਨਾ ਟਾਈਮ ਲੱਗ ਜਾਂਦਾ। ਤੇ ਨਾਲ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਤੁਸੀਂ ਆਪਣੀ ਸੈਲਫ ਅਸੈਸਮੈਂਟ ਕਿਵੇਂ ਕਰ ਸਕਦੇ ਹੋ। ਸਪੋਜ਼ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਹੈ ਨਾ, ਵਿਜ਼ਟਰ ਵੀਜ਼ੇ ਤੇ, ਪਰ ਤੁਹਾਨੂੰ ਪਤਾ ਨਹੀਂ ਹੈਗਾ ਵੀ ਕੀ ਤੁਸੀਂ ਵੀ ਐਲੀਜੀਬਲ ਹੋ ਜਾਓਗੇ ਅੱਗੇ ਜਾ ਕੇ PR ਦੇ ਲਈ ਜਾਂ ਨਹੀਂ ਹੋ ਜਾਓਗੇ, ਹੈ ਨਾ। ਸੋ ਉਹ ਵੀ ਤੁਹਾਡੇ ਨਾਲ ਮੈਂ ਡਿਸਕਸ ਕਰੂੰਗਾ। ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਆ ਇੰਡੀਆ ਤੋਂ। ਇੰਡੀਆ ਤੋਂ ਕੀ ਹੁੰਦਾ, ਤੁਹਾਨੂੰ ਏਜੰਟ ਕਹਿੰਦਾ ਕਿ ਮੈਂ ਤੁਹਾਨੂੰ ਵਿਜ਼ਟਰ ਵੀਜ਼ੇ ਤੇ ਭੇਜ ਦਿੰਦਾ। ਉਹ ਤੁਹਾਡੇ ਤੋਂ ਵਿਜ਼ਟਰ ਵੀਜ਼ੇ ਦੇ ਨਾਮ ਤੇ 14-15 ਲੱਖ ਰੁਪਈਆ ਲੈਂਦਾ ਤੇ ਕਹਿ ਦਿੰਦਾ ਕਿ ਹਾਂ ਤੁਹਾਡਾ ਵੀਜ਼ਾ 101% ਲੱਗ ਜਾਣਾ ਤੇ ਨਾਲ ਹੀ ਤੁਹਾਨੂੰ ਇਹ ਕਹਿ ਦਿੰਦਾ ਕਿ ਤੁਸੀਂ ਆਪਣੇ ਫੈਮਿਲੀ ਦਾ ਵੀਜ਼ਾ ਵੀ ਲਵਾ ਸਕਦੇ ਹੋ, ਜਿਸ ਦਾ ਮਤਲਬ ਇਹ ਕਿ ਤੁਸੀਂ ਸਾਰੀ ਫੈਮਿਲੀ ਹੀ ਇਕੱਠੇ ਕੈਨੇਡਾ ਜਾ ਸਕਦੇ ਹੋ। ਇਹਦੇ ਵਿੱਚ ਅੱਧੀ ਸੱਚਾਈ ਆ ਤੇ ਅੱਧਾ ਝੂਠ ਆ। ਝੂਠ ਇਹਦੇ ਵਿੱਚ ਇਹ ਆ ਕਿ 101% ਕੋਈ ਵੀ ਵੀਜ਼ਾ ਨਹੀਂ ਲੱਗਦਾ। ਇਹ ਸਾਰਾ ਵੀਜ਼ਾ ਇਮੀਗ੍ਰੇਸ਼ਨ 'ਤੇ ਡਿਪੈਂਡ ਕਰਦਾ, ਹੈ ਨਾ। ਕਈ ਵਾਰੀ ਵੀਜ਼ਾ ਲੱਗ ਵੀ ਜਾਂਦਾ ਤੇ ਕਈ ਵਾਰੀ ਵੀਜ਼ਾ ਰਿਫਿਊਜ਼ ਵੀ ਹੋ ਜਾਂਦਾ। ਇਸੇ ਕਰਕੇ ਆਪਾਂ ਨੂੰ 50% ਚਾਂਸ ਕਹਿਣੇ ਆ। ਬਾਕੀ ਕਈ ਏਜੰਟਾਂ ਦੇ ਕੋਲੇ ਜਿਹੜਾ ਆਫਰ ਲੈਟਰ ਹੁੰਦਾ ਜਾਂ ਇਨਵੀਟੇਸ਼ਨ ਹੁੰਦਾ ਉਹ ਫੇਕ ਵੀ ਹੁੰਦਾ ਤੇ ਕਈਆਂ ਕੋਲੇ ਰੀਅਲ ਵੀ ਹੁੰਦਾ, ਹੈ ਨਾ। ਸੋ ਇਹ ਵੀ ਆਪਾਂ ਨੂੰ ਕਿਸੇ ਏਜੰਟ ਦੇ ਨਾਲ ਮਿਲ ਕੇ ਹੀ ਪਤਾ ਲੱਗਦਾ। ਸੋ ਇਸੇ ਕਰਕੇ ਮੈਨੂੰ 50% ਦਿੱਤਾ। ਉਸ ਤੋਂ ਬਾਅਦ ਤੁਸੀਂ ਜੇ ਕੈਨੇਡਾ ਪਹੁੰਚ ਜਾਂਦੇ ਹੋ ਉਸ ਤੋਂ ਬਾਅਦ ਕੀ ਪ੍ਰੋਸੈਸ ਹੁੰਦਾ। ਵੈਸੇ ਤਾਂ ਮੈਂ ਇਸ ਤੇ ਮੈਂ ਇੱਕ ਵੀਡੀਓ ਵੀ ਬਣਾਈ ਸੀ ਪਰ ਅੱਜ ਮੈਂ ਡਿਟੇਲ ਦੇ ਵਿੱਚ ਗੱਲ ਕਰੂੰਗਾ। ਸੋ ਜਦੋਂ ਤੁਸੀਂ ਕੈਨੇਡਾ ਤੋਂ ਇੱਥੇ ਪਹੁੰਚ ਜਾਂਦੇ ਹੋ ਵਿਜ਼ਟਰ ਵੀਜ਼ੇ ਤੇ ਤੁਹਾਡੇ ਕੋਲੇ 6 ਮਹੀਨਿਆਂ ਦੀ ਤੁਹਾਨੂੰ ਸਟੇ ਮਿਲਦੀ ਆ ਸਾਰੀ ਫੈਮਿਲੀ ਨੂੰ। ਉਸ 6 ਮਹੀਨਿਆਂ ਦੇ ਵਿੱਚ ਤੁਸੀਂ ਇੱਕ ਜੌਬ ਆਫਰ ਲੈਣੀ ਹੁੰਦੀ ਆ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਆਪਣੇ ਦੋਸਤ ਦੀ ਜਿਹੜੀ ਸਟੋਰੀ ਸ਼ੇਅਰ ਕਰੂੰਗਾ, ਉਹ ਵੀ ਆਪਣੇ ਰਿਸ਼ਤੇਦਾਰਾਂ ਕੋਲੇ ਆਇਆ ਸੀਗਾ, ਹਸਬੈਂਡ ਵਾਈਫ ਤੇ ਉਹਨਾਂ ਦਾ ਇੱਕ ਬੱਚਾ ਸੀਗਾ। ਤੇ ਉਹਨਾਂ ਨੂੰ ਕੀ ਸੀਗਾ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੇ ਹੀ ਉਹਨਾਂ ਨੇ ਇਨਵਾਈਟ ਕੀਤਾ ਸੀਗਾ, ਇਨਵੀਟੇਸ਼ਨ ਭੇਜਿਆ ਸੀਗਾ, ਜਿਸ ਕਰਕੇ ਉਹਨੂੰ ਇਨਵੀਟੇਸ਼ਨ ਦੇ ਪੈਸੇ ਨਹੀਂ ਦੇਣੇ ਪਏ। ਪਰ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਤਾਂ ਫਿਰ ਤੁਹਾਨੂੰ ਇਨਵੀਟੇਸ਼ਨ ਦੇ ਪੈਸੇ ਵੀ ਦੇਣੇ ਪੈਂਦੇ ਆ ਇੰਡੀਆ ਤੋਂ। ਸੋ ਉਹਨੇ ਇਨਵੀਟੇਸ਼ਨ ਦੇ ਪੈਸੇ ਬਚਾਏ, ਇੱਥੇ ਰਿਸ਼ਤੇਦਾਰਾਂ ਕੋਲੇ ਆਇਆ। ਉਸ ਤੋਂ ਬਾਅਦ ਅਗਲਾ ਪ੍ਰੋਸੈਸ ਕੀ ਸਟਾਰਟ ਹੋਇਆ, ਉਸ ਤੋਂ ਬਾਅਦ ਉਹਨੇ ਜੌਬ ਲੱਭਣੀ ਸੀ, ਇੱਕ ਜੌਬ ਆਫਰ ਲੈਣਾ ਸੀਗਾ ਜਿਹਨੂੰ ਕਿ LMIA ਕਹਿੰਦੇ ਆ। ਸੋ ਉਸ LMIA ਦੇ ਲਈ ਉਹਨੇ ਪੈਸੇ ਦਿੱਤੇ। ਹਰ ਇੱਕ ਬੰਦਾ ਕੈਨੇਡਾ ਦੇ ਵਿੱਚ LMIA ਦੇ ਲਈ ਪੈਸੇ ਦਿੰਦਾ। ਮਿਨੀਮਮ ਕਾਸਟ ਉਹਦੀ $25,000 ਆ ਤੇ ਮੈਕਸੀਮਮ $40-50,000, ਕਈ ਵਾਰੀ $60,000 ਵੀ ਆ ਜਾਂਦੀ ਆ। ਤੇ ਉਹ LMIA ਤੁਹਾਨੂੰ ਮਿਲਦੀ ਕਿਵੇਂ ਆ? ਉਹ LMIA ਤੁਹਾਨੂੰ ਤੁਹਾਡੇ ਐਕਸਪੀਰੀਅੰਸ ਦੇ ਬੇਸ ਤੇ ਮਿਲਦੀ ਆ ਜਾਂ ਤੁਹਾਨੂੰ ਮਿਲਦੀ ਆ ਤੁਹਾਡੇ ਸਟੱਡੀ ਬੇਸ ਤੇ। ਸੋ LMIA ਬਾਰੇ ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਚਾਨਣਾ ਪਾਦਾ ਕਿ LMIA ਹੈ ਕੀ ਚੀਜ਼ ਆ। LMIA ਬੇਸਿਕਲੀ ਇੱਕ ਜੌਬ ਆਫਰ ਹੁੰਦਾ ਜਿਹੜਾ ਆਪਾਂ ਕਿਸੇ ਕੰਪਨੀ ਤੋਂ ਲੈਣਾ ਹੁੰਦਾ। ਸੋ ਉਹ ਕੰਪਨੀ ਨੂੰ ਫਿਰ ਆਪਾਂ ਨੂੰ ਜੌਬ ਦੇਣੀ ਪੈਂਦੀ ਆ, ਠੀਕ ਆ। ਉਹਦੇ ਵਿੱਚ ਉਹ ਕੰਪਨੀ ਦੇ ਕੁਝ ਰਿਕੁਆਇਰਮੈਂਟਾਂ ਹੁੰਦੀਆਂ ਨੇ ਉਸ LMIA ਨੂੰ ਆਪਾਂ ਨੂੰ ਦੇਣ ਦੇ ਲਈ, ਹੈ ਨਾ। ਸੋ ਉਹ ਰਿਕੁਆਇਰਮੈਂਟ ਉਹ ਕੰਪਨੀ ਪੂਰੀ ਕਰਦੀ ਹੁੰਦੀ ਹੈ ਤੇ ਉਹ ਆਪਾਂ ਨੂੰ LMIA ਆਫਰ ਕਰਦੀ ਆ। ਕਈ ਵਾਰੀ ਤਾਂ ਆਪਾਂ ਨੂੰ ਡਾਇਰੈਕਟ ਕੰਪਨੀ ਤੋਂ ਵੀ LMIA ਮਿਲ ਜਾਂਦੀ ਹੈ, ਕਈ ਵਾਰੀ ਵਿੱਚ ਵਿਚੋਲਾ ਜਾਣੀ ਕਿ ਕੰਸਲਟੈਂਟ ਜਾਂ ਲਾਇਰ ਪਾਉਣਾ ਪੈਂਦਾ। ਫਿਰ ਉਹ ਲਾਇਰ ਆਪਣੇ ਵੀ ਚਾਰਜਸ ਲੈਂਦਾ ਜਿਸ ਕਰਕੇ ਇਹਦੀ ਕਾਸਟ ਬਹੁਤ ਜ਼ਿਆਦਾ ਵੱਧ ਜਾਂਦੀ ਆ। ਸੋ ਇਹਦਾ ਆ ਗਈ LMIA, ਹੈ ਨਾ। ਹੁਣ ਜੌਬ ਆਫਰ ਹੋ ਗਿਆ, ਇਹਨੂੰ ਜੌਬ ਆਫਰ ਵੀ ਕਹਿ ਸਕਦੇ, ਇਹਨੂੰ LMIA ਵੀ ਕਹਿ ਸਕਦੇ ਆ। ਪਰ LMIA ਦੀ ਜਿਹੜੀ ਮਿਨੀਮਮ ਵੇਜ ਰੇਟ ਆ ਉਹ $23-24 ਘੰਟੇ ਦੀ ਹੁੰਦੀ ਆ, ਹੈ ਨਾ। ਸੋ ਇਹਦੀਆਂ ਕਾਫੀ ਜ਼ਿਆਦਾ ਰਿਕੁਆਇਰਮੈਂਟਾਂ ਨੇ, ਮੈਂ ਜ਼ਿਆਦਾ ਡੀਪਲੀ ਨਹੀਂ ਚਾਹੂੰਗਾ, ਸਾਨੂੰ ਓਵਰਵਿਊ ਇਹਦਾ ਦੱਸਦਾ। ਸੋ ਜਦੋਂ ਤੁਹਾਨੂੰ LMIA ਲੈਣੀ ਹੁੰਦੀ ਆ ਉਸ ਟਾਈਮ 'ਤੇ ਜਾਂ ਤਾਂ ਉਹਨਾਂ ਕੋਲੇ ਪ੍ਰੀ ਅਪਰੂਵਡ ਹੁੰਦੀ ਆ ਵੀ ਉਹਨਾਂ ਕੋਲੇ ਪਹਿਲਾਂ ਹੀ LMIA ਅਪਰੂਵ ਕਰਵਾਈ ਵੀ ਹੁੰਦੀ ਆ, ਹੈ ਨਾ। ਜੌਬ ਆਫਰ ਪਹਿਲਾਂ ਹੀ ਉਹਨਾਂ ਕੋਲੇ ਹੁੰਦੀ ਆ, ਸਿਰਫ ਤੁਹਾਡਾ ਨਾਮ ਪਾ ਕੇ ਤੁਹਾਨੂੰ ਦੇ ਦੇਣਾ, ਜਿਹਦੇ ਵਿੱਚ ਕਿ ਤੁਹਾਡਾ ਟਾਈਮ ਪੀਰੀਅਡ ਬਚ ਜਾਂਦਾ।
2 ਤੋਂ 3 ਮਹੀਨਿਆਂ ਦਾ। ਜੇਕਰ ਤੁਸੀਂ ਇੱਕ ਨਵੀਂ LMIA ਸਟਾਰਟ ਕਰਨੀ ਹੈ ਤਾਂ ਪਹਿਲਾਂ ਫਿਰ ਜਿਹੜੀ ਉਹ ਕੰਪਨੀ ਤੋਂ ਤੁਸੀਂ LMIA ਲੈਂਦੇ ਹੋ ਉਹਨੂੰ ਪਹਿਲਾਂ LMIA ਅਪਰੂਵ ਕਰਵਾਉਣੀ ਪੈਂਦੀ ਹੈ ਇਮੀਗ੍ਰੇਸ਼ਨ ਤੋਂ, ਜਿਹਦਾ ਪ੍ਰੋਸੈਸ 3 ਮਹੀਨੇ ਹੁੰਦਾ। ਉਸ ਤੋਂ ਬਾਅਦ ਅਪਰੂਵ ਹੋਣ ਤੋਂ ਬਾਅਦ ਫਿਰ ਤੁਹਾਡਾ ਨਾਮ ਉਸ LMIA 'ਤੇ ਪੈਂਦਾ ਅਤੇ ਫਿਰ ਤੁਹਾਡਾ ਜਿਹੜਾ ਆਪਣਾ ਵਰਕ ਪਰਮਿਟ ਆ ਉਹ ਅਪਲਾਈ ਹੁੰਦਾ ਅਤੇ ਉਹਨੂੰ ਵੀ ਫਿਰ ਗਾਂ 3 ਤੋਂ 4 ਮਹੀਨੇ ਲੱਗ ਜਾਂਦੇ ਆ। ਸੋ ਟੋਟਲ ਪ੍ਰੋਸੈਸ 5 ਤੋਂ 6 ਮਹੀਨਿਆਂ ਦਾ ਹੁੰਦਾ। ਸੋ 6 ਮਹੀਨਿਆਂ ਦੀ ਤੁਹਾਡੀ ਸਟੇ ਹੋਊਗੀ ਅਤੇ 6 ਮਹੀਨੇ ਹੀ ਤੁਹਾਨੂੰ ਇਹ LMIA ਦੇ ਪ੍ਰੋਸੈਸ 'ਤੇ ਲੱਗ ਜਾਂਦੇ ਆ। ਕਈ ਵਾਰੀ ਤਾਂ ਤੁਹਾਨੂੰ ਵਾਪਸ ਵੀ ਜਾਣਾ ਪੈਂਦਾ ਜੇ ਤੁਹਾਨੂੰ ਸਟੇ ਵਧਾਉਣੀ ਪੈਂਦੀ ਹੈ ਜੇ ਤੁਹਾਡੀ LMIA ਅਪਰੂਵ ਨਾ ਹੋਵੇ। ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ, ਜਿੰਨੇ ਟਾਈਮ ਦੇ ਵਿੱਚ ਤੁਹਾਡੀ LMIA ਅਪਰੂਵ ਹੁੰਦੀ ਹੈ, ਤੁਹਾਡਾ ਵਰਕ ਪਰਮਿਟ ਅਪਰੂਵ ਹੁੰਦਾ, ਉਹਨਾਂ ਟਾਈਮ ਤੁਸੀਂ ਕੰਮ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ ਸਟੇਟਸ ਵਿਜ਼ਿਟਰ ਹੁੰਦਾ। ਨਾ ਹੀ ਤੁਸੀਂ ਕੰਮ ਕਰ ਸਕਦੇ, ਨਾ ਤੁਹਾਡੀ ਵਾਈਫ ਕੰਮ ਕਰ ਸਕਦੀ, ਨਾ ਹੀ ਤੁਹਾਡਾ ਬੱਚਾ ਸਕੂਲ ਦੇ ਵਿੱਚ ਪੜ੍ਹ ਸਕਦਾ। ਸੋ ਜਦੋਂ ਤੁਹਾਨੂੰ LMIA ਮਿਲ ਜਾਂਦੀ ਹੈ ਮਤਲਬ ਕਿ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ, ਤੁਹਾਨੂੰ ਕਲੋਜ਼ ਵਰਕ ਪਰਮਿਟ ਮਿਲਦਾ। ਕਲੋਜ਼ ਵਰਕ ਪਰਮਿਟ ਦਾ ਮਤਲਬ ਕਿ ਤੁਸੀਂ ਇੱਕ ਕੰਪਨੀ ਦੇ ਅੰਡਰ ਬੌਂਡ ਹੋ ਜਾਂਦੇ ਹੋ। ਸੋ ਉਹ ਬੌਂਡ ਤੁਸੀਂ 1 ਸਾਲ ਲਈ, 2 ਸਾਲ ਲਈ ਜਾਂ 3 ਸਾਲ ਲਈ, ਇਹ ਡਿਪੈਂਡ ਕਰਦਾ ਕਿ ਤੁਹਾਨੂੰ ਵਰਕ ਪਰਮਿਟ ਕਿੰਨੇ ਟਾਈਮ ਦਾ ਮਿਲਦਾ। ਉਹ ਵੀ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ LMIA ਕਿਸ ਫੀਲਡ ਦੇ ਵਿੱਚ ਤੁਸੀਂ ਜੋਬ ਲਈ ਆ, ਹੈ ਨਾ। ਕਈ ਵਾਰੀ 1 ਸਾਲ ਦਾ ਵਰਕ ਪਰਮਿਟ ਮਿਲਦਾ ਜਾਂ 2 ਸਾਲ ਦਾ ਜਾਂ 3 ਸਾਲ ਦਾ। ਅਤੇ ਉਹ ਜਿਹੜੀ LMIA ਵੀ ਤੁਸੀਂ ਲੈਂਦੇ ਹੋ ਉਹ ਤੁਹਾਡੇ ਸਾਰੇ ਬੈਕ ਐਕਸਪੀਰੀਅੰਸ 'ਤੇ ਡਿਪੈਂਡ ਕਰਦੀ ਆ ਜਿਹੜਾ ਕਿ ਤੁਸੀਂ ਆਪਣੀ ਫਾਈਲ ਦੇ ਵਿੱਚ ਲਾ ਕੇ ਕੈਨੇਡਾ ਪਹੁੰਚੇ ਹੋ। ਸੋ ਇੱਥੇ ਮੇਕ ਸ਼ੋਰ ਕਰਿਓ ਕਿ ਜਿਹੜਾ ਵੀ ਤੁਸੀਂ ਐਕਸਪੀਰੀਅੰਸ ਕੈਨੇਡਾ ਆਉਣ ਦੇ ਲਈ ਲਾਉਣਾ ਉਸੇ ਐਕਸਪੀਰੀਅੰਸ ਦੇ ਵਿੱਚ ਹੀ ਤੁਹਾਨੂੰ LMIA ਮਿਲੂਗੀ। ਇਹ ਨਹੀਂ ਕਿ ਤੁਸੀਂ ਇੰਡੀਆ ਤੋਂ ਕੁਛ ਹੋਰ ਲਾ ਕੇ ਆਏ ਹੋ ਅਤੇ ਇੱਥੇ ਤੁਸੀਂ ਕਿਸੇ ਹੋਰ ਚੀਜ਼ ਦੀ LMIA ਲੈ ਲਓ ਤਾਂ ਤੁਹਾਡੀ ਜਿਹੜੀ LMIA ਉਹ ਡਿਕਲਾਈਨ ਹੋ ਜੂਗੀ ਅਤੇ ਤੁਹਾਨੂੰ LMIA ਨਹੀਂ ਮਿਲੂਗੀ, ਤੁਹਾਨੂੰ ਵਰਕ ਪਰਮਿਟ ਨਹੀਂ ਮਿਲੂਗਾ। ਸੋ ਇਸ ਚੀਜ਼ ਦਾ ਖਾਸ ਧਿਆਨ ਰੱਖਣਾ। ਸੈਕਿੰਡ ਚੀਜ਼, ਜਦੋਂ ਤੁਹਾਨੂੰ LMIA ਮਿਲ ਗਈ ਉਸ ਟਾਈਮ 'ਤੇ ਤੁਹਾਡੇ ਇਕੱਲਿਆਂ ਨੂੰ ਵਰਕ ਪਰਮਿਟ ਮਿਲਣਾ, ਨਾ ਕਿ ਤੁਹਾਡੀ ਫੈਮਿਲੀ ਨੂੰ ਜਾਂ ਤੁਹਾਡੇ ਬੱਚਿਆਂ ਨੂੰ। ਜਦੋਂ ਤੁਹਾਨੂੰ ਵਰਕ ਪਰਮਿਟ ਮਿਲਣਾ ਉਸ ਤੋਂ ਬਾਅਦ ਹੀ ਉਸੇ ਬੇਸ 'ਤੇ ਤੁਹਾਡੀ ਫੈਮਿਲੀ ਜਾਣੀ ਕਿ ਤੁਹਾਡੇ ਬੱਚੇ ਦਾ ਅਤੇ ਤੁਹਾਡੀ ਵਾਈਫ ਦਾ ਜਿਹੜਾ ਵਰਕ ਪਰਮਿਟ ਆ ਉਹ ਅਪਲਾਈ ਹੋਣਾ। ਫਿਰ ਉਹਦੇ ਨੂੰ ਉਸ ਵਰਕ ਪਰਮਿਟ ਨੂੰ ਆਉਣ 'ਤੇ ਵੀ 3 ਮਹੀਨੇ ਜਾਂ 4 ਮਹੀਨੇ ਦਾ ਟਾਈਮ ਜਿਹੜਾ ਲੱਗ ਜਾਂਦਾ। ਉਹ ਵਰਕ ਪਰਮਿਟ ਆਉਣ ਤੋਂ ਬਾਅਦ ਤੁਹਾਡੇ ਬੱਚੇ ਨੂੰ ਜਿਹੜਾ ਸਟੱਡੀ ਪਰਮਿਟ ਮਿਲਦਾ ਜਿਸ ਦੇ ਬੇਸ 'ਤੇ ਉਹ ਸਕੂਲ ਦੇ ਵਿੱਚ ਐਡਮਿਸ਼ਨ ਲੈ ਸਕਦਾ, ਮਤਲਬ ਕਿ ਉਹ ਪੜ੍ਹ ਸਕਦਾ। ਅਤੇ ਉਸ ਤੋਂ ਬਾਅਦ ਤੁਹਾਡੀ ਵਾਈਫ ਆ ਉਹਨੂੰ ਸਿਰਫ ਟੈਂਪਰੇਰੀ ਸਟੇ ਮਿਲਦੀ ਹੈ ਕਿਉਂਕਿ ਤੁਹਾਡਾ ਵਰਕ ਪਰਮਿਟ ਕਲੋਜ਼ ਵਰਕ ਪਰਮਿਟ ਹੁੰਦਾ। ਹੁਣ ਮੈਂ ਤੁਹਾਨੂੰ ਇੱਕ ਹੋਰ ਕਨਫਿਊਜ਼ਨ ਇੱਥੇ ਦੱਸਦਾ। ਜੇਕਰ ਤਾਂ ਤੁਹਾਡੇ ਕੋਲ ਇੰਡੀਆ ਦੇ ਵਿੱਚ ਐਕਸਪੀਰੀਅੰਸ ਹੈਗਾ ਕਿਸੇ ਜੌਬ ਦਾ ਜਾਂ ਤੁਸੀਂ ਉੱਥੇ ਵਧੀਆ ਸਟੱਡੀ ਜਾਂ ਮਾਸਟਰ ਵਗੈਰਾ ਕੀਤੀ ਹੋਈ ਆ, ਤੁਹਾਨੂੰ ਜਾਂ ਤਾਂ ਫਿਰ ਡਾਇਰੈਕਟ ਇੱਥੇ ਸੁਪਰਵਾਈਜ਼ਰ ਜਾਂ ਸਕਿਲਡ ਵਰਕਰ ਦੀ ਜੌਬ ਮਿਲ ਜਾਂਦੀ ਆ, ਹੈ ਨਾ, ਜਾਂ LMIA ਮਿਲ ਜਾਂਦੀ ਆ ਜਿਸ ਦੇ ਨਾਲ ਕਿ ਤੁਹਾਨੂੰ 1 ਸਾਲ ਹੀ ਕੰਮ ਕਰਨਾ ਪੈਂਦਾ। ਪਰ ਜੇਕਰ ਤੁਸੀਂ +2 ਕਰਕੇ ਆ ਰਹੇ ਹੋ ਫਿਰ ਤੁਹਾਨੂੰ ਪਹਿਲਾਂ ਇੱਥੇ ਤੁਹਾਨੂੰ 2 ਸਾਲ ਪਹਿਲਾਂ ਲੇਬਰ ਕਰਨੀ ਪੈਂਦੀ ਆ, ਉਸ ਤੋਂ ਬਾਅਦ ਤੁਹਾਡੀ ਅੱਗੇ ਪ੍ਰਮੋਸ਼ਨ ਹੁੰਦੀ ਆ, ਫਿਰ ਤੁਹਾਨੂੰ ਸੁਪਰਵਾਈਜ਼ਰ ਬਣਾਇਆ ਜਾਂਦਾ, ਠੀਕ ਆ। ਪਰ ਜੇ ਤਾਂ ਤੁਸੀਂ ਪਹਿਲਾਂ 2 ਸਾਲ ਦੇ ਲਈ ਐਲੀਜੀਬਲ ਹੋ, ਲਾਈਕ ਤੁਸੀਂ ਲੇਬਰ ਦੇ ਲਈ ਐਲੀਜੀਬਲ ਹੋ, ਫਿਰ ਤਾਂ ਤੁਹਾਡੀ ਵਾਈਫ ਨੂੰ ਸਿਰਫ ਟੈਂਪਰੇਰੀ ਸਟੇ ਮਿਲੂਗੀ। ਜੇਕਰ ਤੁਸੀਂ ਪਹਿਲਾਂ ਹੀ ਡਾਇਰੈਕਟ ਹੀ ਤੁਸੀਂ ਸੁਪਰਵਾਈਜ਼ਰ ਜਾਂ ਸਕਿਲਡ ਵਰਕਰ ਜੌਬ ਦੇ ਵਿੱਚ LMIA ਲੈ ਲਈ, ਫਿਰ ਤੁਹਾਡੀ ਵਾਈਫ ਨੂੰ ਵਰਕ ਪਰਮਿਟ ਮਿਲ ਜਾਣਾ ਜਿਹਦੇ ਬੇਸ 'ਤੇ ਉਹ ਕੰਮ ਕਰ ਸਕਦੀ ਆ, ਠੀਕ ਆ। ਇਹ ਤੁਹਾਡੀ ਕਨਫਿਊਜ਼ਨ ਦੂਰ ਹੋ ਗਈ, ਹੈ ਨਾ, ਵੀ ਜਦੋਂ ਤੁਹਾਨੂੰ ਸਕਿਲਡ ਵਰਕਰ ਦਾ ਜਾਂ ਸੁਪਰਵਾਈਜ਼ਰ ਦਾ ਵਰਕ ਪਰਮਿਟ ਮਿਲੂ ਫੇਰ ਹੀ ਐਲੀਜੀਬਲ ਆ ਉਹ ਵੀ ਕੰਮ ਕਰਨ ਦੇ ਲਈ। ਜਦੋਂ ਤੁਹਾਨੂੰ ਸੁਪਰਵਾਈਜ਼ਰ ਦਾ ਵਰਕ ਪਰਮਿਟ ਮਿਲ ਜਾਂਦਾ ਉਸ ਤੋਂ ਬਾਅਦ 1 ਸਾਲ ਪੂਰਾ ਕਰਨ ਤੋਂ ਬਾਅਦ ਫਿਰ ਤੁਹਾਡਾ ਆਉਂਦਾ ਵੀ ਤੁਸੀਂ ਆਪਣੀ ਫਾਈਲ ਆ ਜਿਹੜੀ ਉਹ ਅੰਬੈਸੀ ਨੂੰ ਸਬਮਿਟ ਕਰ ਸਕਦੇ ਹੋ। ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਤੁਹਾਡੇ ਸਟੱਡੀ ਦੇ ਡਾਕੂਮੈਂਟ ਲੱਗਦੇ ਆ, ਤੁਹਾਡੀ ਏਜ ਦੇ ਪੁਆਇੰਟ ਹੁੰਦੇ ਆ, ਤੁਹਾਨੂੰ ਆਇਲਸ ਵੀ ਕਰਨਾ ਪੈਂਦਾ ਜਿਹਦੇ ਮਿਨੀਮਮ ਬੈਂਡ ਰਿਕੁਆਇਰਮੈਂਟ 4.5 ਆ। ਸੋ 4.5 ਮਿਨੀਮਮ ਆ ਅਤੇ ਮੈਕਸੀਮਮ ਤੁਸੀਂ ਜਦ ਤੁਹਾਡੇ 'ਤੇ ਤੁਸੀਂ ਕਿੰਨੇ ਬੈਂਡ ਸਕੋਰ ਲੈ ਸਕਦੇ ਹੋ। ਫਿਰ ਤੁਹਾਡੇ ਸਾਰੇ ਪੁਆਇੰਟ ਜਿਹੜੇ ਆ ਉਹ ਕੈਲਕੂਲੇਟ ਹੁੰਦੇ ਆ, ਨਾਲ ਤੁਹਾਡਾ ਜਿਹੜਾ ਤੁਸੀਂ ਇੱਥੇ 2 ਸਾਲ ਜਾਂ 3 ਸਾਲ ਦਾ ਕੰਮ ਕੀਤਾ ਹੁੰਦਾ ਉਹਦੇ ਵੀ ਐਕਸਪੀਰੀਅੰਸ ਦੇ ਤੁਹਾਡੇ ਨੰਬਰ ਮਿਲਦੇ ਆ, ਫਿਰ ਤੁਹਾਡੇ ਟੋਟਲ ਨੰਬਰ ਬਣਦੇ ਆ, ਤੁਹਾਡੀ ਫਾਈਲ ਸਬਮਿਟ ਹੁੰਦੀ ਆ। ਸੋ ਇਮੀਗ੍ਰੇਸ਼ਨ ਵੱਲੋਂ ਡਰਾ ਕੱਢਿਆ ਜਾਂਦਾ ਅਤੇ ਜਦੋਂ ਤੁਹਾਡੀ ਫਾਈਲ ਸਬਮਿਟ ਹੁੰਦੀ ਆ, ਜਦੋਂ ਜੇਕਰ ਜਿਹੜਾ ਇਮੀਗ੍ਰੇਸ਼ਨ ਡਰਾ ਕੱਢਦੀ ਆ ਜੇ ਤਾਂ ਉਹ ਮਤਲਬ ਕਿ 60 ਪੁਆਇੰਟ ਮਿਨੀਮਮ 60 ਪੁਆਇੰਟ ਅਤੇ ਮੈਕਸੀਮਮ ਜਿੰਨੇ ਵੀ ਹੋਣ, ਜੇ ਤਾਂ ਤੁਹਾਡੇ ਪੁਆਇੰਟ 60 ਜਾਂ 60 ਤੋਂ ਉੱਪਰ ਬਣਦੇ ਆ ਫਿਰ ਤਾਂ ਤੁਹਾਨੂੰ ਵੀ ਇਨਵੀਟੇਸ਼ਨ ਆ ਜਾਂਦਾ। ਜੇਕਰ ਤੁਹਾਡੇ 60 ਪੁਆਇੰਟ ਨਹੀਂ ਬਣਦੇ ਤਾਂ ਤੁਹਾਨੂੰ ਇਨਵੀਟੇਸ਼ਨ ਨਹੀਂ ਆਉਂਦਾ, ਜਿਸ ਦਾ ਮਤਲਬ ਇਹ ਆ ਕਿ ਤੁਹਾਨੂੰ ਫਿਰ 1 ਸਾਲ ਜ਼ਿਆਦਾ ਕੰਮ ਕਰਨਾ ਪਊਗਾ ਅਤੇ ਜਾਂ ਤੁਹਾਨੂੰ ਆਪਣੇ ਬੈਂਡ ਸਕੋਰ ਵਧਾਉਣੇ ਪੈਣਗੇ, ਫਿਰ ਉਹਦੇ ਨਾਲ ਤੁਹਾਡੇ ਪੁਆਇੰਟ ਅੱਗੇ ਹੋਰ ਵਧਣਗੇ ਤਾਂ ਕਿ ਫਿਰ ਨੈਕਸਟ ਡਰਾ ਦੇ ਵਿੱਚ ਤੁਹਾਡੀ ਜਿਹੜੀ ਆ ਟਰਨ ਆ ਜਾਏ, ਤੁਹਾਡੀ ਵਾਰੀ ਆ ਜਾਏ। ਸੋ ਇਹ ਤਾਂ ਆ ਗਿਆ ਪ੍ਰੋਸੈਸ PR ਦਾ। ਹੁਣ ਕੀ ਆ, ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਆ ਇਸ ਟਾਈਮ
ਜੇਕਰ ਤੁਹਾਡੇ ਕੋਲ ਇੰਡੀਆ ਦੇ ਵਿੱਚ +2 ਤੋਂ ਬਾਅਦ ਸਟੱਡੀ ਕੀਤੀ ਹੋਈ ਹੈ, ਕੋਈ ਬੈਚਲਰ ਕੀਤੀ ਹੋਈ ਹੈ, ਮਾਸਟਰ ਕੀਤੀ ਹੋਈ ਹੈ, ਤਾਂ ਉਹਨੂੰ ਇਵੈਲੂਏਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ। ਇਵੈਲੂਏਸ਼ਨ ਦਾ ਮਤਲਬ ਕਿ ਤੁਹਾਡੀ ਜਿਹੜੀ ਉਹ ਸਟੱਡੀ ਆ ਉਹਨੂੰ ਫੇਰ ਹੀ ਇੱਥੇ ਕਾਊਂਟ ਕੀਤਾ ਜਾਊਗਾ ਜੇਕਰ ਤੁਸੀਂ ਇੱਕ ਏਜੰਸੀ ਦੇ ਥਰੂ ਆਪਣੀ ਜਿਹੜੀ ਇੰਡੀਆ ਦੀ ਸਟੱਡੀ ਆ ਉਹ ਕੈਨੇਡਾ ਦੇ ਵਿੱਚ ਇਵੈਲੂਏਟ ਕਰਵਾਓਗੇ। ਸੋ ਉਹ ਪ੍ਰੋਸੈਸ PR ਤੋਂ ਪਹਿਲਾਂ ਤੋਂ ਵੀ ਤੁਸੀਂ ਕੈਨੇਡਾ ਪਹੁੰਚ ਜਾਂਦੇ ਹੋ ਨਾਲ ਦੀ ਨਾਲ ਹੀ ਕਰਵਾ ਲਓ, ਜਾਂ ਕੋਸ਼ਿਸ਼ ਕਰੋ ਪਹਿਲਾਂ ਹੀ ਕਰਵਾ ਕੇ ਰੱਖਿਓ, ਫਿਰ ਤੁਹਾਨੂੰ ਉਸ ਸਟੱਡੀ ਦੇ ਪੁਆਇੰਟ ਇੱਥੇ ਆ ਕੇ ਮਿਲਦੇ ਆ। ਸੋ ਇੱਕ ਨਵੀਂ ਅਪਡੇਟ ਇਹ ਵੀ ਆਈ ਆ ਵੀ ਕਿ ਜੇਕਰ ਹੁਣ LMI ਅਪਰੂਵ ਕਰਵਾਉਣੀ ਆ ਤਾਂ ਉਸ ਟਾਈਮ ਦੇ ਉੱਤੇ ਹੀ ਤੁਹਾਨੂੰ ਆਪਣੀ ਇੰਗਲਿਸ਼ ਕਮਿਊਨੀਕੇਸ਼ਨ ਸਕਿੱਲਸ ਦਾ ਟੈਸਟ ਦੇਣਾ ਪਊਗਾ। ਜਾਂ ਤਾਂ ਉਹ ਤੁਹਾਡੀ ਇੰਟਰਵਿਊ ਲੈਣਗੇ ਤੇ ਜਾਂ ਫਿਰ ਤੁਹਾਨੂੰ IELTS ਦੇਣਾ ਪਊਗਾ, ਜਿਹਦਾ ਕਿ ਇੱਕ ਜਿਹੜਾ ਆਪਣਾ ਨੰਬਰ ਕਾਰਡ ਹੁੰਦਾ ਜਿਹਦੇ ਤੇ ਆਪਣੇ ਸਾਰੇ ਬੈਂਡ ਹੁੰਦੇ ਆ ਹੈ ਵੀ ਤੁਹਾਡੇ ਇੰਨੇ ਬੈਂਡ ਸਕੋਰ ਆਏ ਆ, ਉਹ ਐਜ਼ ਏ ਪ੍ਰੂਫ ਨਾਲ ਲਾਉਣਾ ਪੈਂਦਾ ਜਦੋਂ ਵੀ ਆਪਾਂ ਆਪਣੇ ਵਰਕ ਪਰਮਿਟ ਦੇ ਲਈ ਇੱਥੇ ਅਪਲਾਈ ਕਰਨਾ। ਸੋ ਮੇਕ ਸ਼ੋਰ ਕਿ ਤੁਹਾਡੀ ਇੰਗਲਿਸ਼ ਵਧੀਆ ਹੋਣੀ ਚਾਹੀਦੀ ਆ ਹੈ ਨਾ। ਜੇਕਰ ਤੁਸੀਂ ਬੈਂਡ ਸਕੋਰ ਨਹੀਂ ਲੈ ਸਕਦੇ ਇੰਗਲਿਸ਼ ਦੇ ਵਿੱਚ, ਤੁਹਾਡਾ ਬਹੁਤ ਹੀ ਜ਼ਿਆਦਾ ਹੱਥ ਤੰਗ ਆ, ਤਾਂ ਫਿਰ ਤੁਹਾਡੇ ਲਈ ਸਾਰੇ ਹੀ ਔਖੇ ਰਾਹ ਨੇ। ਸੋ ਇਸੇ ਕਰਕੇ ਫਿਰ ਤੁਹਾਡਾ PR ਹੋਣਾ ਵੀ ਬਹੁਤ ਔਖਾ। PR ਤੋਂ ਪਹਿਲਾਂ ਕਿ ਤੁਹਾਨੂੰ LMI ਲੈਣੀ ਵੀ ਬਹੁਤ ਔਖੀ ਹੋ ਜਾਣੀ ਆ। ਸੋ ਇਸ ਚੀਜ਼ 'ਤੇ ਤੁਹਾਨੂੰ ਵਰਕਆਊਟ ਜਿਹੜਾ ਕਰਨਾ ਪੈਣਾ। ਗੱਲ ਕਰਦੇ ਹਾਂ ਵੀ ਜੇਕਰ ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਮਿਲਿਆ ਹੋਇਆ ਤਾਂ ਫਿਰ ਉਸ ਤੋਂ ਬਾਅਦ ਦੀ ਆਪਸ਼ਨ ਕੀ ਹੁੰਦੀ ਆ। ਸੈਕਿੰਡ ਆਪਸ਼ਨ ਇਹ ਹੁੰਦੀ ਆ ਵੀ ਜੇ ਤਾਂ ਤੁਸੀਂ ਜਿਹੜੀ ਕੰਪਨੀ 'ਚ ਕੰਮ ਕੀਤਾ ਹੋਇਆ, ਕਰ ਰਹੇ ਹੋ ਜਾਂ ਕੀਤਾ, ਤੇ ਜੇਕਰ ਤੁਹਾਡੇ ਉਹਨਾਂ ਦੇ ਨਾਲ ਵਧੀਆ ਰਿਲੇਸ਼ਨ ਨੇ ਫਿਰ ਤਾਂ ਤੁਹਾਡਾ ਇਕੱਲੀ ਗੌਰਮੈਂਟ ਫੀਸ ਹੀ ਲੱਗਦੀ, ਇਮੀਗ੍ਰੇਸ਼ਨ ਦੀ ਫੀਸ ਲੱਗਦੀ ਆ ਵਰਕ ਪਰਮਿਟ ਵਧਾਉਣ ਦੇ ਲਈ। ਜੇਕਰ ਤੁਹਾਡਾ ਉਹਨਾਂ ਦੇ ਨਾਲ ਇੰਨਾ ਵਧੀਆ ਨਹੀਂ ਹੈਗਾ ਤੇ ਤੁਸੀਂ ਉਹ ਕੰਪਨੀ ਛੱਡ ਕੇ ਕਿਸੇ ਹੋਰ ਕੰਪਨੀ ਦੇ ਵਿੱਚ ਜਾਣਾ ਚਾਹੁੰਦੇ ਤਾਂ ਫਿਰ ਤਾਂ ਤੁਹਾਨੂੰ ਸਾਰੇ ਪ੍ਰੋਸੈਸ ਵਿੱਚ ਦੀ ਜਾਣਾ ਪੈਣਾ, ਜਾਣੀ ਕਿ ਤੁਹਾਨੂੰ ਫਿਰ ਤੋਂ $25,000 ਦੁਬਾਰਾ ਦੇਣਾ ਪੈਣਾ। ਇਸੇ ਕਰਕੇ ਤੁਸੀਂ ਉਸੇ ਕੰਪਨੀ ਦੇ ਅੰਡਰ ਹੀ ਰਹੋ ਜਿੰਨਾ ਟਾਈਮ ਤੁਸੀਂ ਪੱਕੇ ਨਹੀਂ ਹੁੰਦੇ। ਸੋ ਉਹ ਕੰਪਨੀ ਨੂੰ ਚੂਜ਼ ਕਰਨ ਤੋਂ ਪਹਿਲਾਂ ਜ਼ਰੂਰ ਧਿਆਨ 'ਚ ਰੱਖਿਓ ਕਿ ਵਾਕਈ ਤੁਸੀਂ ਉੱਥੇ ਨਾ ਟਾਈਮ ਰਹਿ ਸਕਦੇ ਹੋ, ਕੋਈ ਤੁਹਾਨੂੰ ਔਖਾਈ ਤਾਂ ਹੈ ਨਹੀਂ, ਪਰ ਇੱਕ ਹਿਸਾਬ ਦੇ ਤੁਸੀਂ ਬੌਂਡ ਹੋ ਜਾਂਦੇ ਹੋ, ਤੁਹਾਡਾ ਚੰਗੀ ਤਰ੍ਹਾਂ ਸ਼ੋਸ਼ਣ ਵੀ ਹੁੰਦਾ ਇੱਥੇ। ਸੋ ਕੁੱਲ ਮਿਲਾ ਕੇ ਜਿਹੜਾ ਬੰਦਾ ਇਸ ਤਰੀਕੇ ਦੇ ਨਾਲ ਆਉਂਦਾ ਉਹਨੂੰ ਬਹੁਤ ਜ਼ਿਆਦਾ ਔਖਾ ਹੁੰਦਾ। ਸੋ ਔਖਾ ਵੀ ਹੁਣ 2 ਤਰੀਕੇ ਦਾ, ਜਿਹੜੇ ਬੰਦੇ ਕੋਲੇ ਤਾਂ ਐਜੂਕੇਸ਼ਨ ਹੈਗੀ ਆ ਜਾਂ ਇੰਡੀਆ ਦੇ ਵਿੱਚ ਐਕਸਪੀਰੀਅੰਸ ਹੁੰਦਾ, ਉਹ ਬੰਦਾ ਤਾਂ ਇੱਥੇ ਆ ਕੇ ਜਲਦੀ ਹੀ ਸਾਰੀਆਂ ਚੀਜ਼ਾਂ ਕੈਚ ਕਰ ਲੈਂਦਾ, ਜਲਦੀ ਹੀ PR ਹੋ ਜਾਂਦਾ ਸਾਲ ਤੋਂ ਬਾਅਦ। ਹੁਣ ਜਿਹੜਾ ਬੰਦਾ ਇੱਕ +2 ਕਰਕੇ ਆ ਰਿਹਾ, ਉਹਦੇ ਕੋਲੇ ਚੰਗਾ ਐਕਸਪੀਰੀਅੰਸ ਵੀ ਹੈ ਨਹੀਂ ਤੇ ਉਹਦੇ ਕੋਲੇ ਨੌਲੇਜ ਵੀ ਹੈ ਨਹੀਂ ਤੇ ਉਹਨੂੰ IELTS ਦੇ ਵਿੱਚ ਵੀ ਬਹੁਤ ਜ਼ਿਆਦਾ ਉਹਦਾ ਹੱਥ ਤੰਗ ਆ, ਇੰਗਲਿਸ਼ ਨਹੀਂ ਆਉਂਦੀ, ਤਾਂ ਉਹਦੇ ਲਈ ਬਹੁਤ ਲੰਮਾ ਪ੍ਰੋਸੈਸ ਆ, 5 ਸਾਲ ਵੀ ਲੱਗ ਸਕਦੇ ਆ। ਜਿਵੇਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਮੇਰਾ ਇੱਕ ਦੋਸਤ ਆਇਆ ਹੋਇਆ, ਸੋ ਉਹ +2 ਕਰਕੇ ਹੀ ਆਇਆ ਸੀ ਤੇ ਉਹਦੇ ਲਈ ਵੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ। ਉਹਨੂੰ 5 ਸਾਲ ਹੋ ਗਏ ਆ, ਹਜੇ ਤੱਕ ਉਹਦੀ PR ਨਹੀਂ ਹੋਈ। ਉਹ ਇੱਕ ਤੁਹਾਨੂੰ ਰੀਅਲ ਸਟੋਰੀ ਦੱਸੀ ਆ ਉਸ ਬੰਦੇ ਦੀ ਕਿ ਉਹ ਇਸ ਤਰੀਕੇ ਦੇ ਨਾਲ ਆਇਆ ਤੇ ਹਜੇ ਤੱਕ ਵੀ ਉਹਦੀ ਜਿਹੜੀ ਆ PR ਨਹੀਂ ਹੋਈ। ਸੋ ਜਿਵੇਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਵੀ ਤੁਸੀਂ ਆਪਦੀ ਅਸੈਸਮੈਂਟ ਇੱਦਾਂ ਹੀ ਕਰ ਸਕਦੇ ਹੋ ਵੀ ਤੁਹਾਡੀ ਜੇਕਰ ਤੁਹਾਨੂੰ ਇੰਗਲਿਸ਼ ਆਉਂਦੀ ਆ, ਤੁਹਾਡੇ ਕੋਲੇ ਐਕਸਪੀਰੀਅੰਸ ਹੈਗਾ, ਫਿਰ ਤੁਹਾਡੇ ਲਈ ਸੌਖਾ ਰਾ। ਜੇਕਰ ਤੁਹਾਨੂੰ ਇਹ ਚੀਜ਼ਾਂ ਨਹੀਂ ਆਉਂਦੀਆਂ ਤਾਂ ਤੁਹਾਡੇ ਲਈ ਇੱਥੇ ਬਹੁਤ ਹੀ ਔਖਾ ਰਾ। ਤੁਹਾਡਾ ਚੰਗੀ ਤਰ੍ਹਾਂ ਇੱਥੇ ਸ਼ੋਸ਼ਣ ਹੋਊਗਾ, ਫਿਰ ਤੁਹਾਡੇ ਪੈਸੇ ਵੀ ਬਹੁਤ ਲੱਗਣਗੇ। ਤੇ ਇੱਕ ਚੀਜ਼ ਹੋਰ ਆਪਣੇ ਦਿਮਾਗ 'ਚ ਹੁੰਦੀ ਹੈ ਵੀ ਆਪਾਂ ਵਿਜ਼ਟਰ ਵੀਜ਼ੇ ਤੇ ਜਾ ਰਹੇ ਹਾਂ, ਉੱਥੇ ਕੈਸ਼ ਤੇ ਕੰਮ ਕਰ ਲਾਂਗੇ ਤੇ ਆਪਾਂ ਨਾਲ ਖਰਚਾ ਸਾਰਾ ਕੱਢ ਲਾਂਗੇ। ਸੋ ਉਹ ਚੀਜ਼ਾਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਨੇ। ਅੱਜ ਕੱਲ੍ਹ ਇੱਥੇ ਕੈਸ਼ ਤੇ ਕੰਮ ਮਿਲਣਾ ਕਿ ਸਿਨ ਤੇ ਕੰਮ ਮਿਲਣਾ ਵੀ ਔਖਾ ਹੋਇਆ ਪਿਆ, ਲੀਗਲ ਤੌਰ ਤੇ ਵੀ ਤੁਹਾਨੂੰ ਕੰਮ ਨਹੀਂ ਮਿਲਦਾ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਵੀ ਆਪਣਾ ਕਦਮ ਤੁਸੀਂ ਚੱਕਣਾ ਉਹ ਸੋਚ ਸਮਝ ਕੇ ਚੱਕਿਓ। ਇਹਨੂੰ ਇੱਕ ਨੈਗੇਟਿਵਿਟੀ ਨਾ ਸਮਝੋ, ਇਹਨੂੰ ਅਸਲ ਸੱਚਾਈ ਸਮਝਿਓ। ਜਿਹੜੇ ਵੀ ਲੋਕ ਇੱਥੇ ਆਏ ਹੋਏ ਆ ਉਹ ਇਹਨਾਂ ਚੀਜ਼ਾਂ ਵਿੱਚ ਦੀ ਲੰਘ ਰਹੇ ਆ ਤੇ ਜਿਹੜੇ ਲੰਘ ਚੁੱਕੇ ਆ ਉਹ ਵੀ ਇੱਦਾਂ ਹੀ ਲੰਘੇ ਆ ਹੈ ਨਾ। ਸੋ ਹੋਰ ਕੋਈ ਤਰੀਕਾ ਨਹੀਂ ਹੈਗਾ ਵੀ ਤੁਸੀਂ ਹੋਰ ਕਿਸੇ ਤਰੀਕੇ ਨਾਲ ਇੱਥੇ ਪੱਕੇ ਹੋ ਜਾਓਗੇ ਵੀ ਇੱਕ ਵਾਰੀ ਅਸੀਂ ਕੈਨੇਡਾ ਆ ਜੀ, ਅਸੀਂ ਇੱਦਾਂ ਕਰ ਦਾਂਗੇ, ਅਸੀਂ ਦੇਖ ਲਾਂਗੇ, ਬਾਅਦ 'ਚ ਦੇਖੀ ਜਾਊ। ਇੱਕ ਚੀਜ਼ ਹੋਰ ਵੀ, ਜਦੋਂ ਤੁਸੀਂ ਇੱਥੇ ਆ ਵੀ ਗਏ ਹੈ ਨਾ, ਜੇ ਤਾਂ ਤੁਹਾਡਾ ਰਿਸ਼ਤੇਦਾਰ ਕੋਈ ਹੈਗਾ ਫਿਰ ਤਾਂ ਸੌਖਾ, ਨਹੀਂ ਤਾਂ ਤੁਹਾਨੂੰ ਰਹਿਣ ਤੱਕ ਦੇ ਖਰਚੇ ਵੀ ਤੁਹਾਨੂੰ ਇੰਡੀਆ ਤੋਂ ਮੰਗਾਉਣੇ ਪੈਣੇ ਆ, ਜਿਹਦੀ ਕਿ ਕੋਸਟ 1 ਲੱਖ ਰੁਪਈਆ ਮਹੀਨੇ ਦਾ ਇੱਕ ਫੈਮਿਲੀ ਦਾ ਖਰਚਾ ਆ ਰਿਹਾ ਇਕੱਲਾ ਰਹਿਣ ਦਾ। ਸੋ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਦਿਮਾਗ ਦੇ ਵਿੱਚ ਰੱਖਣੀਆਂ ਨੇ ਤੇ ਅਸਲ ਸੱਚਾਈ ਤੇ ਤੁਸੀਂ ਆਪਣਾ ਵਰਕਆਊਟ ਕਰਨਾ। ਉਮੀਦ ਕਰਦਾ ਤੁਹਾਨੂੰ ਸਾਰੇ ਕੁਐਸਚਨਾਂ ਦੇ ਆਨਸਰ ਮਿਲ ਗਏ ਹੋਣੇ ਆ, ਪਰ ਫਿਰ ਵੀ ਜੇਕਰ ਕੁਛ ਰਹਿ ਗਿਆ ਹੋਇਆ ਤਾਂ ਤੁਸੀਂ ਇੰਸਟਾਗ੍ਰਾਮ ਤੇ ਸਾਨੂੰ ਪੁੱਛ ਸਕਦੇ ਹੋ। ਸਾਡਾ ਇੰਸਟਾਗ੍ਰਾਮ ਮੈਂਸ਼ਨ ਆ, ਉੱਥੇ ਸਾਨੂੰ ਜਾਂ ਤਾਂ ਮੈਸੇਜ ਤੇ ਜਾਂ ਤੁਸੀਂ ਆਪਣੀ ਵੌਇਸ ਮੇਲ ਛੱਡ ਸਕਦੇ ਹੋ, ਪਰ ਸਾਨੂੰ ਕਾਲ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਅਸੀਂ ਕਾਲ ਪਿਕ ਨਹੀਂ ਕਰਦੇ, ਕਿਉਂਕਿ ਅਸੀਂ ਜ਼ਿਆਦਾ ਬਿਜ਼ੀ ਹੁੰਦੇ ਹਾਂ, ਸਾਡੀਆਂ ਆਪਣੀਆਂ ਜੌਬਸ ਹੁੰਦੀਆਂ। ਸੋ ਮਿਲਦੇ ਹਾਂ ਫਿਰ ਛੇਤੀ ਹੀ ਆਪਾਂ ਇੱਕ ਹੋਰ ਵੀਡੀਓ ਦੇ ਨਾਲ। ਲੱਗਦਾ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।